ਤੁਸੀਂ ਕਦੇ ਸੋਚਿਆ ਅੱਜ ਤੋਂ 100-150 ਸਾਲ ਪਹਿਲਾਂ ਜ਼ਿੰਦਗੀ ਕਿਵੇਂ ਹੁੰਦੀ ਹੋਵੇਗੀ? ਜਦੋਂ ਰਸੋਈ 'ਚ ਗੈਸ ਨਹੀਂ ਹੁੰਦੀ ਸੀ, ਮਿੱਟੀ ਦੇ ਚੁੱਲ੍ਹੇ ਤੇ ਖਾਣਾ ਬਣਦਾ ਸੀ। ਪਾਣੀ ਘਰ ਪਾਈਪਾਂ ਰਾਹੀਂ ਨਹੀਂ ਪਹੁੰਚਦਾ ਸੀ, ਸਗੋਂ ਖੂਹ ਤੋਂ ਪਾਣੀ ਕੱਢਣਾ ਪੈਂਦਾ ਸੀ। ਮਨੋਰੰਜਨ ਲਈ ਸਿਨੇਮਾ ਹਾਲ ਜਾਂ ਹੱਥ ਵਿੱਚ ਫੋਨ ਨਹੀਂ ਹੋਇਆ ਕਰਦੇ ਸੀ। ਰੇਡੀਓ ਹੁੰਦਾ ਸੀ ਜਾਂ ਟੀਵੀ, ਅਤੇ ਉਹ ਸੁਣਨ ਅਤੇ ਵੇਖਣ ਲਈ ਵੀ ਲਾਇਸੈਂਸ ਲੈਣਾ ਪੈਂਦਾ ਸੀ। ਇੱਕ ਥਾਂ ਤੋਂ ਦੂਜੇ ਥਾਂ ਜਾਣ ਲਈ ਆਮ ਲੋਕਾਂ ਕੋਲ ਸਾਈਕਲ ਦਾ ਵੱਡਾ ਸਹਾਰਾ ਹੁੰਦਾ ਸੀ। और तुसी सुन के हैरान रह जाओगे कि जिवें अज कार अते स्कूटर चलाउण लई लाइसेंस बनाउणा पैंदा है, उदों साइकिल चलाउण लई भी लाइसेंस दी जरूरत हुंदी सी। जे तुसी भी जानना चाहते हो कि साडे बुजुर्ग 100-150 साल पहला किवें दी जिंदगी गुजारदे सन, तां आओ तुहानूं लैके चलदे आ मोगा दे पिंड कड़ियाल दी विरासती हवेली च। कहंदे ने शौक दा कोई मुल नहीं हुंदा, जे शौक होवे अपनी विरासत सांभण दा ते उहदे वर्गी रीस नहीं। असीं अज तुहानूं दिखावांगे अपनी विरासत मोगा दे पिंड कड़ियाल दे विच। परमजीत नाम दे एक शख्स ने 100 साल पुरानी विरासत सांभी हुई है और एक इस विरासत नूं अपने घर दे विच पूरे निशान रखे हुए ने। 100 साल पुरानियां चीज़ां रखियां हुई हैं। अजकल मल्टीमीडिया युग हो गया, बहुत 21वीं सदी चले गए असीं, लेकिन परमजीत ने अपने 100 साल पुराने इस विरसे नूं सांभ के रखा। 21वीं सदी दे नौजवानां नूं विरासती हवेली च मौजूद चीज़ां हैरान कर देणगीਆਂ। पुराने पंजाब दे घरां दी तर्जमानी करदी इस हवेली च हर वो चीज़ मौजूद है जिहड़ी अज तो 50 ਤੋਂ 100 साल पहला घरां च इस्तेमाल हुंदी सी। 14 साल पहला विरासती चीज़ां नूं सांभण दा शुरू होया शौक किवें जुनून बनदा गया, जिसने आज विरासती हवेली दा रूप अख्तियार कर लिया। उस शख्स दी जुबानी ही सुनते हां जिस दी बदौलत नौजवान पीढ़ी सैकड़े साल पुरानी विरासत नाल रूबरू हो रही है। 61 साला परमजीत सिंह दे नाल ही जायजा लैंदे हां इस विरासती हवेली दा। ये पुराना विरसा 150 साल 100 साल 70-80 साल इस तरह अड्डो अड्ड ਜਿਹੜੀਆਂ ਲੋਕ ਨਾਲ ਦੀ ਨਾਲ ਚੀਜ਼ਾਂ ਹੁੰਦੀਆਂ ਗਈਆਂ ਉਹ ਸਾਂਭ ਕੇ ਮੇਰਾ ਰੱਖਿਆ ਜੀ। किन्नी देर तो सांभ रहे हो जी? ਇਹ 12-13 ਸਾਲ ਤੋਂ ਮੈਂ ਲਗਾਤਾਰ ਹੀ ਸਾਂਭ ਰਿਹਾ ਜੀ। की समान रखिया तुसीं इत्थे, कित्थों लैके आने हो, किवें शौक जागਿਆ? हाँ जी, ਇਹ ਚ ਮੇਰੇ ਖੂਹੀ ਬਣਾਈ ਹੈ ਪੁਰਾਣੀ, ਗੱਡੀ ਹੈ ਗੱਡੀਆਂ ਵਾਲਿਆਂ ਦੀ ਲੱਕੜ ਦੇ ਪਹੀਆਂ ਵਾਲੀ। ਇਸ ਤਰ੍ਹਾਂ ਖੇਤੀਬਾੜੀ ਵਾਲੇ ਵੀ ਲੱਕੜ ਦੇ ਪਹੀਏ ਹੁੰਦੇ ਗੱਡਿਆਂ ਦੇ। ਹੋਰ ਬੋਤੇ ਦਾ ਸਮਾਨ ਹੈ, ਕਾਠੀਆਂ, ਉਹਨਾਂ ਦੇ ਨਿਉਲ ਹੈ ਤੇ ਬਲਦਾਂ ਦਾ ਸਮਾਨ ਹੈ, ਪੰਜਾਲੀ ਹੈ, ਹਾਲ ਹੈ। ਇਸ ਤਰ੍ਹਾਂ ਉਹਨਾਂ ਦੇ ਹੋਰ ਖੇਤੀਬਾੜੀ ਦੇ ਸੰਦ ਹੈ, ਕਈਆਂ ਕਸੀਏ ਹੈ, ਖੂਹ ਤੇ ਜੁੜਨ ਵਾਲੇ ਬੂਟਿਆਂ ਦੇ ਡੰਡੇ ਹੈ, ਬੀਂਡੀਆਂ ਤੇ ਹੋਰ ਘਰੇਲੂ ਸਮਾਨ ਹੈ, ਸੰਘਾਂ ਤੰਗਲੀਆਂ। ਇਸ ਤਰ੍ਹਾਂ ਮੇਰਾ ਕਾਫੀ ਤਰ੍ਹਾਂ ਦਾ ਸਮਾਨ ਰੱਖਿਆ ਹੋਇਆ। ਹੁਣ ਤੁਹਾਨੂੰ ਇਸ ਹਵੇਲੀ 'ਚ ਸਹੇਜੀ ਗਈ ਦੁਰਲਭ ਵਸਤਾਂ ਦੇ ਦਰਸ਼ਨ ਕਰਾਉਂਦੇ ਆ। ਸਾਨੂੰ जरा दिखाओ ਕਿਹੜੀ आइटम तुसी इत्थे सांभ के रखी हुई है। खूह देखिया, तुसी देख सकते हो कि एक खूह है जिहड़ी अपनी विरासत बनाई है, उस दे विच खूह बनाया होया है। काफ़ी डूंगा भी दस्सिया जा रहा है, काफ़ी डूंगा खूह है। इहदे विच पानी कढ़िया जांदा सीगा पहलां दे जमाने दे विच। परमजीत जी आ दसोगे इस दे नाल भी खूहां चों पानी कढ़िया जांदा सी की? हाँ जी, जिस तरह घरेलू खूਹਾਂ ਘਰਾਂ ਦੀ ਵਰਤੋਂ ਨਾਲ ਡੋਲ ਤੇ ਲੱਜ ਨਾਲ ਖੂਹ ਪਾਣੀ ਕੱਢਿਆ ਜਾਂਦਾ ਸੀ, ਇੱਥੋਂ ਖੇਤੀਬਾੜੀ ਨਾਲ ਜੋ ਆਪਣੀ ਫਸਲ ਹੁੰਦੀ ਸੀ ਉਹ ਵੱਡੇ ਖੂਹ ਹੁੰਦੇ ਸੀ, ਉਹਨਾਂ ਦਾ ਇਹ ਟਿੰਡਾਂ ਦੇ ਨਾਲ ਪਾਣੀ ਕੱਢਿਆ ਜਾਂਦਾ ਸੀ। ਟਿੰਡਾਂ ਦੇ ਨਾਲ ਪਾਣੀ ਦੇ ਨਾਲ ਹੀ ਫਸਲਾਂ ਪਾਲੀਆਂ ਜਾਂਦੀਆਂ ਸੀ। परमजीत सिंह ने बड़ी मेहनत ਅਤੇ लगन ਦੇ ਨਾਲ ਇੱਕ ਚੀਜ਼ ਇਕੱਠੀ ਕੀਤੀ। ਕੁਝ ਆਪਣੇ ਪੁਰਖੇ ਛੱਡ ਕੇ, ਕੁਝ ਜਿੱਥੋਂ ਪਤਾ ਲੱਗਿਆ ਵਿਰਾਸਤੀ ਵਸਤੂਆਂ ਬਾਰੇ, ਪਹੁੰਚ ਕੇ ਉੱਥੇ ਉਸ ਨੂੰ ਵਿਰਾਸਤੀ ਹਵੇਲੀ ਦਾ ਹਿੱਸਾ ਬਣਾਉਣ। ਹੁਣ 150 ਸਾਲ ਪੁਰਾਣੇ ਆਵਾਜਾਈ ਦੇ ਸਾਧਨ ਇਸ ਗੱਡੇ ਨੂੰ ਵੇਖੋ। ਵਿਰਾਸਤੀ ਹਵੇਲੀ ਦੀ ਸ਼ਾਨ ਬਣੇ ਇਸ ਗੱਡੇ ਦੇ ਇੱਥੇ ਪਹੁੰਚਣ ਦੀ ਕਹਾਣੀ ਵੀ ਦਿਲਚਸਪ ਹੈ। ਮੈਨੂੰ ਢੁੱਡੀਆਂ ਤੋਂ ਗੱਡਾ ਮਿਲਿਆ। ਇਹ ਖੇਤੀਬਾੜੀ ਨਾਲ ਸੰਬੰਧ ਨਹੀਂ, ਇਹ ਗੱਡੀਆਂ ਵਾਲਿਆਂ ਨਾਲ ਸੰਬੰਧ ਹੈ। ਇਹਦੇ ਲੱਕੜ ਦੇ ਪਹੀਏ ਆ,
ਇਹ 150 ਸਾਲ ਦਾ ਘੱਟ ਤੋਂ ਘੱਟ ਤਿਆਰ ਹੋਇਆ ਹੋਊਗਾ ਤੇ ਅੱਜ ਤੋਂ 60-65 ਸਾਲ ਪਹਿਲਾਂ 55 ਸਾਲ ਪਹਿਲਾਂ ਇਹ ਹੋਂਦ ਵਿੱਚ ਚੱਲਦੇ ਰਹੇ। ਉਸ ਤੋਂ ਬਾਅਦ ਇਹ ਹੌਲੀ ਹੌਲੀ ਖਤਮ ਹੋ ਗਏ ਤੇ ਹੁਣ ਤਾਂ ਅਲੋਪ ਹੀ ਹੋ ਗਈ। ਹੁਣ ਨਹੀਂ ਇਹਦੇ ਨਾਲ ਦੇ ਨਾ ਬਣਦੇ ਨਾ ਹੁਣ ਹੈਗੇ ਆ ਜੀ। ਕਿੱਥੋਂ ਲੱਭ ਕੇ ਲਿਆਂਦਾ ਜੀ, ਕਿਵੇਂ ਲੱਭਿਆ ਜੀ ਤੁਸੀਂ? ਇਹ ਮੈਨੂੰ ਮੋਗੇ ਤੋਂ ਸਾਡੇ ਦੋਸਤ ਸੀ ਤੇ ਇਹ ਢੁੱਡੀ ਕਿਆ ਤੋਂ ਉਹਨਾਂ ਨੇ ਦੱਸ ਪਾਈ ਵੀ ਢੁੱਡੀ ਕਿਆ ਇੱਕ ਗੱਡਾ ਪਿਆ, ਉਹਨਾਂ ਨੇ ਗਾਂਹ ਵੇਚ ਦੇਣਾ ਜਾਂ ਇਹਨੂੰ ਸਾੜ ਕੇ ਉਹਨਾਂ ਨੇ ਪਿੱਤਲ ਤਾਂਬਾ ਇਹਦੇ ਚੋਂ ਜੋ ਵੀ ਲੋਹਾ ਕੱਢ ਲੈਣਾ ਤੇ ਆਪਾਂ ਤੁਸੀਂ ਵਿਰਾਸਤ ਸਮਝਦੇ ਤੇ ਤੁਸੀਂ ਇਹਨੂੰ ਲਿਆਓ ਤੇ ਆਪਣੀ ਵਿਰਾਸਤ ਵਾਸਤੇ ਆਉਣ ਵਾਲੀ ਪੀੜ੍ਹੀ ਵਾਸਤੇ ਵਧੀਆ ਚੀਜ਼ ਬਣ ਜੂਗੀ। ਕਿਵੇਂ ਬਲਦਾਂ ਨਾਲ ਇਹ ਗੱਡੇ ਚੱਲਦੇ ਹੁੰਦੇ ਸੀ। ਬਿਲਕੁਲ, ਇਹ ਗੱਡਾ ਹੈ ਉਹ ਜਿਹਦੇ ਮੂਹਰੇ ਬਲਦ ਬੰਨੇ ਜਾਂਦੇ ਸੀ ਔਰ ਲੋਕ ਇਹਦੇ ਤੇ ਸਵਾਰ ਹੋ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹੁੰਦੇ ਸੀ। ਲੱਕੜ ਦੇ ਪਹੀਏ ਹੈ, ਬਹੁਤ ਪੁਰਾਣਾ ਗੱਡਾ ਹੈ, 150 ਸਾਲ ਪੁਰਾਣਾ ਦੱਸਿਆ ਜਾ ਰਿਹਾ। ਬਹੁਤ ਹੀ ਘੱਟ ਲੋਕਾਂ ਨੇ ਦੇਖਿਆ ਹੋਊਗਾ, ਅੱਜ ਦੀ ਜਨਰੇਸ਼ਨ ਨੇ ਤਾਂ ਇਹ ਗੱਡੇ ਦੇਖੇ ਨਹੀਂ ਹੋਣੇ। ਹੁਣ ਤੁਹਾਨੂੰ ਘਰ ਦੇ ਇੱਕ ਅਹਿਮ ਹਿੱਸੇ 'ਚ ਲੈ ਕੇ ਚੱਲਦੇ ਹਾਂ, ਜਿੱਥੇ ਘਰ ਦੀ ਮਹਿਲਾ ਦਿਨ ਦਾ ਸਭ ਤੋਂ ਵੱਧ ਸਮਾਂ ਗੁਜ਼ਾਰਦੀ ਹੈ, ਰਸੋਈ। ਪਰਮਜੀਤ ਸਿੰਘ ਆਪਣੀ ਪਤਨੀ ਦੇ ਸਹਿਯੋਗ ਦੇ ਨਾਲ ਇਸ ਵਿਰਾਸਤ ਨੂੰ ਸਾਂਭਣ ਦਾ ਸੁਪਨਾ ਸਾਕਾਰ ਕਰ ਸਕੇ। ਪਰਮਜੀਤ ਸਿੰਘ ਦੀ ਪਤਨੀ ਵੀ ਇਸ ਵਿਰਾਸਤੀ ਹਵੇਲੀ 'ਚ ਮੌਜੂਦ ਹਰ ਚੀਜ਼ ਨੂੰ ਬੜੇ ਚਾਅ ਨਾਲ ਸਹੇਜਦੇ ਨੇ। ਪੁਰਾਣੇ ਜਿਹੜੇ ਕਈ ਸਾਲ ਪਹਿਲਾਂ ਕਿ ਕਿਚਨ ਕਿਵੇਂ ਹੁੰਦੀ ਸੀਗੀ, ਆ ਇੱਕ ਕਿਚਨ ਹੈ, ਰਸੋਈ ਘਰ ਜਿਹੜੇ ਘਰਾਂ ਦੇ ਵਿੱਚ ਖੁੱਲੇ ਦੇ ਵਿੱਚ ਰਸੋਈ ਹੁੰਦੀ ਸੀਗੀ। ਮਿੱਟੀ ਦੇ ਭਾਂਡੇ ਹੁੰਦੇ ਸੀ, ਪਿੱਤਲ ਦੇ ਭਾਂਡੇ ਹੁੰਦੇ ਸੀਗੇ ਔਰ ਉਹੀ ਮਿੱਟੀ ਦੇ ਚੁੱਲ੍ਹਿਆਂ ਤੇ ਰੋਟੀ ਪਕਾਈ ਜਾਂਦੀ ਸੀਗੀ। ਅਗਰ ਗੱਲ ਕੀਤੀ ਜਾਵੇ ਤਾਂ ਆਟਾ ਕਿੱਥੋਂ ਲੈ ਕੇ ਆਉਂਦਾ ਸੀ, ਉਹ ਵੀ ਆਟਾ ਜਿਹੜਾ ਚੱਕੀ ਤੋਂ ਘਰੇ ਹੀ ਬਣਾਇਆ ਜਾਂਦਾ ਸੀ। ਚੱਕੀ ਪੀਸ ਕੇ ਹੱਥ ਦੇ ਨਾਲ ਚੱਕੀ ਨੂੰ ਚਲਾ ਕੇ ਆਟਾ ਪੀਸਿਆ ਜਾਂਦਾ ਸੀਗਾ। ਸਾਡੇ ਨਾਲ ਮਾਤਾ ਜੀ ਨੇ, ਉਹਨਾਂ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਦਾ ਇਹ ਜਿਹੜਾ ਰਸੋਈ ਦਾ ਵਿਰਾਸਤ ਹੈ ਕਿਹੜੀ ਸਾਂਭੀ ਹੋਈ ਹੈ। ਮਾਤਾ ਜੀ ਕੀ ਕਹੋਗੇ, ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ, ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ, ਬੜਾ ਸਾਂਭ ਕੇ ਰੱਖਿਆ ਹੋਇਆ ਤੁਸੀਂ ਇਹਨਾਂ ਨੂੰ? ਹਾਂਜੀ, ਇਹ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਇਹ ਚੀਜ਼ਾਂ ਕਿਵੇਂ ਘਰੇਲੂ ਵਰਤੀਆਂ ਜਾਂਦੀਆਂ ਸੀਗੀਆਂ। ਕੀ ਕੀ ਰੱਖਿਆ ਹੋਇਆ ਇੱਥੇ, ਕਿਸ ਤਰ੍ਹਾਂ ਵਰਤੀਆਂ ਜਾਂਦੀਆਂ? ਆਹ ਭੜੋਲਾ, ਇਹ ਪਸ਼ੂਆਂ ਦਾ ਦਾਣਾ ਪਾਇਆ ਜਾਂਦਾ ਇਹਦੇ ਵਿੱਚ। ਆਹ ਚੱਕੀ ਹੈ, ਇਹਦੇ ਤੇ ਆਟਾ ਪੀਸਿਆ ਜਾਂਦਾ। ਆਹ ਡੋਲੀ ਆਪਣਾ ਕੋਠੀ ਹੈ, ਇਹਦੇ ਵਿੱਚ ਰੋਟੀਆਂ ਰੱਖੀਆਂ ਜਾਂਦੀਆਂ ਸੀ। ਆਹ ਮਧਾਣੀ ਹੈ, ਇਹ 'ਚ ਦੁੱਧ ਰੱਖਿਆ ਜਾਂਦਾ ਸੀ। ਆਹ ਪਿੱਤਲ ਦੇ ਭਾਂਡੇ ਉਹਦੇ ਵਰਤੋਂ ਵਿੱਚ ਇਹ ਲੈ ਕੇ ਆਉਂਦੇ ਸੀ। ਆਹ ਹਾਰ ਹੈ, ਇਹਦੇ ਵਿੱਚ ਦੁੱਧ ਧਰਿਆ ਜਾਂਦਾ ਸੀ ਗਰਮ। ਆਹ ਚਾਪੜ ਉੱਤੇ ਦਿੱਤਾ ਜਾਂਦਾ ਸੀਗਾ। ਆਹ ਪਾਥੀਆਂ ਇਹ ਬਾਲ ਕੇ ਤੇ ਚੁੱਲ੍ਹੇ ਵਿੱਚ ਅੱਗ ਮਚਾਈ ਜਾਂਦੀ ਸੀ, ਰੋਟੀਆਂ ਪਕਾਈਆਂ ਜਾਂਦੀਆਂ ਸੀ। ਉਹ ਹਾਰੀ ਉਹਦੇ ਵਿੱਚ ਦਾਲ ਧਰੀ ਜਾਂਦੀ ਸੀ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਇਹ ਰਸੋਈ ਜਿਹੜੀ ਅੱਜ ਤੋਂ ਬਹੁਤ ਸਾਲ ਪਹਿਲਾਂ ਜਿਹੜੇ ਬਜ਼ੁਰਗ ਨੇ ਉਹ ਦੱਸ ਸਕਦੇ ਨੇ ਕਿ ਇਹ ਰਸੋਈ ਦਾ ਕੀ ਮਹੱਤਵ ਹੈ ਔਰ ਇੱਥੇ ਬਹਿ ਕੇ ਹੀ ਸਾਰਾ ਪਰਿਵਾਰ ਰੋਟੀ ਖਾਂਦਾ ਸੀਗਾ। ਮਿੱਟੀ ਦੇ ਭਾਂਡੇ, ਚੱਕੀ, ਰੋਟੀ ਕਿੱਥੇ ਰੱਖੀ ਜਾਂਦੀ ਸੀ, ਪਿੱਤਲ ਦੇ ਭਾਂਡੇ, ਦੁੱਧ ਕਿਵੇਂ ਰਿੜਕਿਆ ਜਾਂਦਾ ਸੀ, ਇਹ ਸਾਰਾ ਵਿਰਾਸਤ ਇੱਥੇ ਸਾਂਭ ਕੇ ਰੱਖੀ ਹੋਈ ਹੈ। ਅੱਗੇ ਵਧਦੇ ਹਾਂ ਅਤੇ ਅਗਲੇ ਕਮਰੇ ਦਾ ਰੁਖ ਕਰਦੇ ਹਾਂ, ਜਿੱਥੇ ਪਏ ਪੁਰਾਤਨ ਵਸਤਾਂ ਬਾਰੇ ਤਾਂ ਅੱਜ ਦੀ ਪੀੜ੍ਹੀ ਨੇ ਸੁਣਿਆ ਵੀ ਨਹੀਂ ਹੋਣਾ। ਮਧਾਣੀ ਤੋਂ ਲੈ ਕੇ ਚਰਖਾ ਅਤੇ ਝੋਲੇ ਪੱਖੀਆਂ ਤੱਕ ਇਸ ਕਮਰੇ 'ਚ ਮੌਜੂਦ ਨੇ। ਉਰੀ ਦੇ ਨਾਲ ਜੁੜਿਆ ਅਖਾਣ ਤਾਂ ਸੁਣਿਆ ਹੀ ਹੋਵੇਗਾ। ਇਹ ਪੁਰਾਣੀਆਂ ਮਧਾਣੀਆਂ, ਜਿਹੜੀ ਮਧਾਣੀ ਆਪਾਂ ਬਾਹਰ ਵੇਖੀ ਆ ਉਸ ਤੋਂ ਪਹਿਲਾਂ ਮਧਾਣੀਆਂ ਹੁੰਦੀਆਂ ਸੀ। ਇਹ ਉਸ ਤੋਂ ਪੁਰਾਤਨ ਮਧਾਣੀਆਂ। ਇਹ ਭੜੋਲੀ ਹੈ, ਜਿਸ ਤਰ੍ਹਾਂ ਆਪਾਂ ਬਾਹਰ ਵੱਡਾ ਭੜੋਲਾ ਵੇਖਿਆ, ਇਹ ਆਟੇ ਵਾਲੀ ਭੜੋਲੀ ਹੈ। ਇਹ ਗੋਟੇ ਬੂਝੇ ਹੁੰਦੇ ਸੀ, ਇਹ ਮਿੱਟੀ ਦੇ ਤੇ ਆਪਣੇ ਗਾਚਨੇ ਦੇ ਤਿਆਰ ਕੀਤੇ ਜਾਂਦੇ ਸੀਗੇ। ਇਹ ਜਿੰਦੇ ਆ, ਕਾਰੀਗਰਾਂ ਦੇ ਹੱਥੀਂ ਬਣਾਏ ਜਿੰਦੇ ਆ। ਇਹ ਵਿੱਚ ਕੁਝ ਮੁੱਠੀ ਜਿੰਦੇ ਵੀ ਇਹਨਾਂ ਨੂੰ ਕਹਿੰਦੇ ਸੀਗੇ। ਇਸੇ ਤਰ੍ਹਾਂ ਉਹ ਜਿਵੇਂ ਬੱਤੀਆਂ ਵਾਲਾ ਸਟੋਵ ਆ ਜੀ, ਇਸ ਤਰ੍ਹਾਂ ਝੋਲੇ ਆ, ਪੱਖੀਆਂ, ਇਹ ਸਾਰਾ ਸਮਾਨ ਹੱਥੀਂ ਤਿਆਰ ਕੀਤਾ ਜਾਂਦਾ ਸੀ। ਬਹਿਣ ਵਾਸਤੇ ਘਰਾਂ ਦੇ ਵਿੱਚ ਮੂਹਰੇ ਵੀ ਤਿਆਰ ਆਪ ਕੀਤੇ ਜਾਂਦੇ। ਰੋਟੀਆਂ ਰੱਖਣ ਵਾਲੇ ਇੱਕ ਛਾਬਾ ਹੁੰਦਾ ਸੀ, ਇਸ ਤਰ੍ਹਾਂ ਤੁਹਾਨੂੰ ਦਿਖਾ ਰਹੇ, ਇਹ ਤੂਤ ਦੀਆਂ ਛਿਟੀਆਂ ਦਾ ਬਣਦਾ ਸੀ। ਤੇ ਉਸ ਤੋਂ ਬਾਅਦ ਇਹ ਸਲਫੋਸ ਵੀ ਬਣਾਉਣ ਲੱਗ ਗਏ। ਇਹ ਨਾੜ ਦਾ ਤੇ ਕਾਹੀਂ ਦੇ ਤੀਲੇ ਲੈ ਕੇ ਤੇ ਉੱਤੇ ਉਹਦੇ ਵਲ ਕੇ ਸੂਤੀ ਵੀ ਵਲਿਆ ਜਾਂਦਾ ਸੀ ਤੇ ਉਹ ਕਾਹੀਂ ਦੇ ਤੀਲਿਆਂ ਨਾਲ ਹੀ ਇਹ ਨਾੜ ਬਣਾਇਆ ਜਾਂਦਾ ਸੀ। ਇਸ ਤਰ੍ਹਾਂ ਖੱਡੀ ਦਾ ਸਮਾਨ, ਜੋ ਸਮਾਨ ਅਸੀਂ ਘਰਾਂ ਦੇ ਵਿੱਚ ਆਪ ਖੱਡੀਆਂ ਬੁਣਦੇ ਹੁੰਦੇ ਸੀ, ਹੱਥਾਂ ਦੇ ਵਿੱਚ ਮਾਈਆਂ ਨੇ ਬੁਣਨੀਆਂ, ਖੱਦਰ ਤਿਆਰ ਕਰਨੇ, ਉਹ ਪਹਿਨਣ ਵਾਸਤੇ ਵੀ ਤਿਆਰ ਹੋਣੇ ਤੇ ਕੱਪੜੇ ਵਿਛਾਉਣ ਵਾਸਤੇ। ਇਸ ਤਰ੍ਹਾਂ ਸਾਰੇ ਉਹ ਜੋ ਸੀ ਕੱਪੜਾ ਘਰੇ ਤਿਆਰ ਕੀਤਾ ਜਾਂਦਾ ਸੀ। ਮੌਜੂਦਾ ਸਮੇਂ 'ਚ ਮਨੋਰੰਜਨ ਦੇ ਕਈ ਸਾਧਨ ਨੇ। ਸਿਨੇਮਾ ਤੋਂ ਲੈ ਕੇ ਟੀਵੀ, ਮੋਬਾਈਲ, ਲੈਪਟਾਪ, ਜਿੱਥੇ ਆਪਣੀ ਪਸੰਦ ਦੇ ਗਾਣੇ ਸੁਣੇ ਜਾ ਸਕਦੇ ਨੇ ਜਾਂ ਕੋਈ ਫਿਲਮ ਵੇਖੀ ਜਾ ਸਕਦੀ ਹੈ। ਪਰ ਪੁਰਾਣੇ ਜ਼ਮਾਨੇ 'ਚ ਮਨੋਰੰਜਨ ਦੀ ਸਹੂਲਤ ਕੀ ਸੀ? ਜੀ ਹਾਂ, ਬਿਲਕੁਲ ਸੀ। ਵਿਰਾਸਤੀ ਹਵੇਲੀ ਦੇ ਇਸ ਹਿੱਸੇ 'ਚ ਮਨੋਰੰਜਨ ਦਾ ਹਰ ਉਹ ਸਾਧਨ ਮੌਜੂਦ ਹੈ ਜਿਹੜਾ ਦਹਾਕਿਆਂ ਪਹਿਲਾਂ ਇਸਤੇਮਾਲ ਕੀਤਾ ਜਾਂਦਾ ਸੀ।
ਜਿਵੇਂ ਜੀ ਪਿਛਲਾ ਬੜੀ ਸਹਿਜਤਾ ਦਾ ਜ਼ਮਾਨਾ ਹੁੰਦਾ ਸੀ, ਤੇਜ਼ੀ ਦਾ ਜ਼ਮਾਨਾ ਨਹੀਂ ਸੀ। ਇਸ ਤਰ੍ਹਾਂ ਇਹ ਰਿਕਾਰਡ ਹੁੰਦੇ ਸੀ, ਇੱਕ ਪਾਸੇ ਇੱਕ ਹੀ ਰਿਕਾਰਡ ਹੁੰਦਾ ਸੀ ਤੇ ਦੂਜੇ ਪਾਸੇ ਦੂਸਰਾ ਰਿਕਾਰਡ ਹੁੰਦਾ ਸੀ। ਇਹਨੂੰ ਪੱਥਰ ਦੇ ਰਿਕਾਰਡ ਕਹਿੰਦੇ ਹੁੰਦੇ ਸੀ, ਬਣੇ ਤਾਂ ਲਾਖ ਦੇ ਹੁੰਦੇ ਸੀ। ਇਹ ਕਲਕੱਤੇ ਕੰਪਨੀਆਂ ਬਣਾਉਂਦੀਆਂ ਸੀ, ਜਿਹਨੂੰ ਕੁੱਤਾ ਮਾਰਕਾ ਕੰਪਨੀ ਉਹ ਜ਼ਿਆਦਾ ਮਸ਼ਹੂਰ ਸੀਗੀ। ਤੇ ਇਹ ਜਦੋਂ ਹੱਥੋਂ ਡਿੱਗ ਪੈਂਦੇ ਟੁੱਟ ਜਾਂਦਾ, ਇਸ ਲਈ ਇਹਨੂੰ ਪੱਥਰ ਦੇ ਰਿਕਾਰਡ ਕਹਿੰਦੇ ਸੀ। ਇਹ ਚਾਬੀ ਦੇ ਨਾਲ ਬਿਨਾਂ ਬਿਜਲੀ ਦੇ ਸਿਸਟਮ ਤੋਂ ਚੱਲਦੇ ਸੀ, ਹੁਣ ਵੀ ਚਾਲੂ ਹਾਲਤ ਵਿੱਚ ਹੈ। ਜੇ ਕਹੋ ਤਾਂ ਤੁਹਾਨੂੰ ਇਹ ਚਲਾ ਕੇ ਅਸੀਂ ਦਿਖਾ ਦਿੰਦੇ। ਕਿਵੇਂ ਚੱਲਦਾ ਕਿਵੇਂ ਸੀ? ਅਗਰ ਬਿਜਲੀ ਨਹੀਂ ਚੱਲਦੀ ਸੀ ਤੇ ਚੱਲਦਾ ਕਿਵੇਂ ਸੀ? ਇਹ ਇਸ ਨੂੰ ਇਸ ਤਰ੍ਹਾਂ ਚਾਬੀ ਦਿੱਤੀ ਜਾਂਦੀ ਸੀ, ਚਾਬੀ ਦੇ ਨਾਲ ਇਹ ਫੰਨਰ ਨੂੰ ਚਾਬੀ ਆਉਂਦੀ ਸੀ। ਜਦੋਂ ਚਾਬੀ ਇਸ ਨੂੰ ਆ ਜਾਂਦੀ ਸੀ ਤੇ ਇਸ ਤੇ ਇਹ ਸਵਿਚ ਦੇ ਵਿੱਚੋਂ ਇਹਨੂੰ ਔਨ ਕਰ ਦਿੱਤਾ ਜਾਂਦਾ ਸੀ। ਤੇ ਇਹ ਜਿਹੜਾ ਹੈ ਸੂਈ ਹੈ, ਇਹ ਇਸ ਤੇ ਲਗਾ ਦੇਣੀ। ਤੁਸੀਂ ਦੇਖ ਸਕਦੇ ਹੋ ਕਿ ਇਹ ਉਹ 뮤직 ਸਿਸਟਮ ਹੈ ਜਿਹੜਾ ਕਿ ਇੱਕ ਸੂਈ ਦੇ ਨਾਲ ਗਾਣੇ ਸੁਣਾ ਰਿਹਾ ਹੈ ਔਰ ਬਿਨਾਂ ਬਿਜਲੀ ਤੋਂ ਚਾਬੀ ਭਰਨੀ ਪੈਂਦੀ ਸੀ। ਚਾਬੀ ਭਰਨ ਤੋਂ ਬਾਅਦ ਜਿਹੜਾ ਇਹ ਰਿਕਾਰਡ ਚੱਲਦੇ ਹੁੰਦੇ ਸੀਗੇ। ਇਸ ਵਿਰਾਸਤੀ ਹਵੇਲੀ 'ਚ ਪੁਰਾਣੇ ਜ਼ਮਾਨੇ ਦਾ ਟੀਵੀ ਰੇਡੀਓ ਮੌਜੂਦ ਹੈ। ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ 1970 ਦੇ ਦਸ਼ਕ ਵਿੱਚ ਰੇਡੀਓ ਸੁਣਨ ਲਈ ਲਾਇਸੈਂਸ ਲੈਣਾ ਪੈਂਦਾ ਸੀ ਅਤੇ ਹਰ ਸਾਲ ਉਸ ਨੂੰ ਰੀਨਿਊ ਕਰਾਉਣਾ ਪੈਂਦਾ ਸੀ। ਇੱਥੋਂ ਤੱਕ ਕਿ 1983 ਤੱਕ ਤਾਂ ਟੀਵੀ ਵੇਖਣ ਲਈ ਵੀ ਲਾਇਸੈਂਸ ਲੈਣਾ ਪੈਂਦਾ ਸੀ। ਪੁਰਾਣੇ ਟੈਲੀਫੋਨ ਵੀ ਇਸ ਹਿੱਸੇ ਵਿੱਚ ਮੌਜੂਦ। ਇਹ ਟਿਊਬਾਂ ਵਾਲੇ ਰੇਡੀਓ ਹੈ ਜੀ। ਇਹਨਾਂ ਵਿੱਚ 6-7 ਟਿਊਬਾਂ ਹੁੰਦੀਆਂ ਸੀ, ਇਕੱਲੇ ਬਿਜਲੀ ਤੇ ਚੱਲਦੇ ਹੁੰਦੇ ਸੀ। ਇਹਨਾਂ ਵਾਸਤੇ ਲਾਇਸੈਂਸ ਲੈਣੇ ਪੈਂਦੇ ਸੀ। ਇਸ ਤਰ੍ਹਾਂ ਇਹ ਲਾਇਸੈਂਸ ਹੁੰਦਾ ਸੀ। ਇਸ ਤੇ ਹਿੰਦੀ ਵਿੱਚ ਵੀ ਅੰਗਰੇਜ਼ੀ ਵਿੱਚ ਵੀ ਰੇਡੀਓ ਟੈਲੀਵਿਜ਼ਨ ਦਾ ਲਾਇਸੈਂਸ ਲਿਖਿਆ। ਇਹ ਜੋ ਲਾਇਸੈਂਸ ਲੈ ਕੇ ਉਹਦਾ ਸਾਰਾ ਐਡਰੈਸ ਹੁੰਦਾ ਸੀ ਤੇ ਇਹ ਇਸ ਤਰ੍ਹਾਂ ਸਾਲ ਬਾਅਦ ਰਿਨਿਊ ਕਰਾਉਣਾ ਪੈਂਦਾ ਸੀ। ਇਹ ਟਿਕਟਾਂ ਸੀ ਕੋਈ 5 ਰੁਪਏ, 7.25 ਰੁਪਏ, 4 ਰੁਪਏ ਦੀਆਂ, ਜਿਸ ਤਰ੍ਹਾਂ ਉਹ ਜਿੰਨੇ ਪੈਸੇ ਲਾਉਂਦੇ ਟਿਕਟ ਲਾ ਦਿੰਦੇ ਸੀ। ਇਸੇ ਤਰ੍ਹਾਂ ਇਸ ਤੋਂ ਬਾਅਦ ਜਦੋਂ ਉਦੋਂ ਹੁੰਦੇ ਸੀ ਸਾਈਕਲਾਂ ਦੇ ਵੀ ਲਾਇਸੈਂਸ ਲੈਣੇ ਪੈਂਦੇ ਸੀ। ਇਹ ਸਾਈਕਲ ਦਾ ਲਾਇਸੈਂਸ ਹੈ, ਇਹ 2 ਰੁਪਏ 25 ਪੈਸੇ ਦੇ ਵਿੱਚ 1 ਸਾਲ ਦਾ ਲਾਇਸੈਂਸ ਦਿੰਦੇ ਸੀਗੇ। ਇਹ ਘਰੇ ਰੱਖਣ ਵਾਸਤੇ ਹੁੰਦਾ ਸੀ ਸਬੂਤ ਆ। ਤੇ ਸਾਈਕਲ ਦੇ ਨਾਲ ਇੱਕ ਟੋਕਨ ਪਿੱਤਲ ਦਾ ਹੁੰਦਾ ਛੋਟਾ ਜਿਹਾ, ਉਹ ਬੰਨਿਆ ਜਾਂਦਾ ਸੀ ਇਸੇ ਥਰੂ। ਉਹ ਤੇ ਵੀ ਸੰਨ ਲਿਖਿਆ ਹੁੰਦਾ ਸੀ ਤੇ ਕਿਹੜੀ ਪੰਚਾਇਤ ਨੇ, ਕਿਹੜੀ ਸੰਮਤੀ ਨੇ, ਉਹ ਜਿਵੇਂ ਨਗਰ ਪਾਲਿਕਾ ਅੱਜ ਕੱਲ੍ਹ ਬਣੀਆਂ ਉਦੋਂ ਪੰਚਾਇਤ ਸੰਮਤੀਆਂ ਕਹਿੰਦੇ ਸੀ, ਉਹ ਕਿਹੜੀ ਪੰਚਾਇਤ ਸੰਮਤੀ ਨੇ ਬਣਾਇਆ, ਉਹਦੇ ਤੇ ਉਹਨਾਂ ਦਾ ਸਾਰਾ ਵੇਰਵਾ ਲਿਖਿਆ ਹੁੰਦਾ ਸੀ। ਕਿਵੇਂ ਲੋਕ ਗੱਲਾਂ ਕਰਦੇ ਹੁੰਦੇ ਸੀ। ਅੱਜ ਕੱਲ੍ਹ ਮੋਬਾਈਲ ਚੱਲ ਗਏ, ਹਰ ਕਿਸੇ ਦੀ ਜੇਬ ਦੇ ਵਿੱਚ 2 ਤੋਂ 3 ਮੋਬਾਈਲ ਨੇ। ਲੇਕਿਨ ਪਹਿਲਾਂ ਮੋਬਾਈਲ ਕਿਵੇਂ ਚੱਲਦੇ, ਫੋਨ ਕਿਵੇਂ ਚੱਲਦੇ ਹੁੰਦੇ ਸੀ? ਇਹ ਨੇ ਪੁਰਾਣੇ ਫੋਨ। ਇਹ ਜੀ ਦੇਸ਼ ਨੂੰ ਆਜ਼ਾਦ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਮੌਕੇ ਦੇ ਫੋਨ ਹੁੰਦੇ ਸੀਗੇ। ਇਸ ਨੂੰ ਕੰਨ ਨਾਲ ਲਾ ਕੇ ਸੁਣਿਆ ਜਾਂਦੇ, ਇਹਦੇ ਵਿੱਚ ਦੀ ਬੋਲ ਭਰਿਆ ਜਾਂਦਾ ਸੀ ਤੇ ਇੱਥੋਂ ਫੋਨ ਨੂੰ ਇਸ ਤਰ੍ਹਾਂ ਡਾਇਲ ਕੀਤਾ ਜਾਂਦਾ ਸੀ। ਇਹ ਤੇ 0 ਤੋਂ ਲੈ ਕੇ 9 ਤੱਕ ਅੰਕ ਹੁੰਦੇ ਸੀ। ਉਹ ਜਿੰਨੇ ਅੰਕਾਂ ਦਾ ਬਾਹਲੇ ਵੱਡੇ ਅੰਕਾਂ ਦਾ ਫੋਨ ਨੰਬਰ ਨਹੀਂ ਸੀ ਹੁੰਦੇ, 4-5 ਦੇ 3-4 ਅੱਖਰਾਂ ਦੇ ਹੁੰਦੇ ਸੀ। ਉਸ ਤੋਂ ਬਾਅਦ ਇਹ ਟੈਲੀਫੋਨ ਆ ਗਏ। ਇਹ ਕੋਈ 15 ਸਾਲ ਪਹਿਲਾਂ ਇਹ ਵੀ ਖਤਮ ਹੋ ਗਏ। ਇਸ ਤਰ੍ਹਾਂ ਇਹ ਵੀ ਡਾਇਲ ਕਰਕੇ ਘੁੰਮੇ ਜਾਂਦੇ। ਉਸ ਤੋਂ ਬਾਅਦ ਫਿਰ ਮੋਬਾਈਲਾਂ ਨੇ ਤਾਂ ਇਹ ਸਾਰਾ ਸਿਸਟਮ ਖਤਮ ਹੀ ਕਰਤਾ ਇੱਕ ਹਿਸਾਬ ਨਾਲ। ਇਸ ਵਿਰਾਸਤੀ ਹਵੇਲੀ ਦੇ ਅੰਦਰ ਕਦਮ ਰੱਖਦੇ ਹੀ ਇੱਕ ਵਾਰ ਸ਼ੋਰ ਸ਼ਰਾਬੇ ਭੱਜ ਦੌੜ ਦੀ ਅੱਜ ਦੀ ਜ਼ਿੰਦਗੀ ਭੁਲਾ ਕੇ 100 ਸਾਲ ਪਹਿਲੇ ਦੇ ਸਾਦਗੀ ਅਤੇ ਸਕੂਨ ਵਾਲੇ ਜੀਵਨ ਦਾ ਅਹਿਸਾਸ ਸਹਿਜ ਹੋ ਜਾਂਦਾ ਹੈ। ਬਿਲਕੁਲ ਅੱਜ ਕੱਲ ਦੇ ਯੁੱਗ ਨੇ ਸਾਡਾ ਜਿਹੜਾ ਪੁਰਾਣਾ ਵਿਰਸਾ ਜਾਂ ਪੁਰਾਣੀ ਵਿਰਾਸਤ ਹੈ ਖਤਮ ਕਰਕੇ ਰੱਖ ਦਿੱਤੀ ਹੈ। ਲੇਕਿਨ ਪਰਮਜੀਤ ਜੀ ਨੇ ਇਹ ਸਾਰੀ ਵਿਰਾਸਤ ਸਾਂਭ ਕੇ ਰੱਖੀ ਹੈ ਤਾਂ ਕਿ ਅਗਰ ਆਉਣ ਵਾਲੀ ਜਨਰੇਸ਼ਨ ਨੇ ਦੇਖਣਾ ਹੋਵੇ ਕਿ ਪਹਿਲਾਂ 100 ਸਾਲ ਪਹਿਲਾਂ, 50 ਸਾਲ ਪਹਿਲਾਂ, 150 ਸਾਲ ਪਹਿਲਾਂ ਲੋਕ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸੀ, ਉਹ ਇਸ ਆਪਣੀ ਵਿਰਾਸਤ ਤੇ ਮੋਗਾ ਦੇ ਪਿੰਡ ਧਰਮਕੋਟ ਦੇ ਪਿੰਡ ਕੜਿਆਲ ਦੇ ਵਿੱਚ ਆ ਕੇ ਦੇਖ ਸਕਦੇ ਨੇ। ਦੀਪਕ ਸਿੰਘਲਾ, ਨਿਊਜ਼ 18 ਮੋਗਾ।